हेलो फ्रेंड्स, पिछली वीडियो में हमने ड्रग अब्यूज़ का सिलेबस और पेपर पैटर्न डिस्कस किया था। इस वीडियो में हम सेक्शन ए का फर्स्ट चैप्टर स्टार्ट करने जा रहे हैं, जिसका नाम है मीनिंग ऑफ ड्रग अब्यूज़ एंड नेचर। सो इसका जो सिलेबस होगा उसमें हम पढ़ेंगे मीनिंग ऑफ ड्रग अब्यूज़। सो चलिए फ्रेंड्स स्टार्ट करते हैं। ਆਮ ਤੌਰ 'ਤੇ ਲੋਕਾਂ ਦੇ ਦੁਆਰਾ ਦਵਾਈ ਅਤੇ ਨਸ਼ੇ ਦੇ ਲਈ ਡਰੱਗਸ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਦਵਾਈਆਂ ਅਤੇ ਨਸ਼ੇ ਨੂੰ ਵੀ ਇੱਕੋ ਹੀ ਸਮਝਿਆ ਜਾਂਦਾ ਹੈ, ਪਰ ਇਹ ਠੀਕ ਨਹੀਂ ਹੈ ਕਿਉਂਕਿ ਦਵਾਈਆਂ ਦੀ ਵਰਤੋਂ ਸਕਾਰਾਤਮਕ ਨਤੀਜੇ ਲੈਣ ਲਈ ਕੀਤੀ ਜਾਂਦੀ ਹੈ ਅਤੇ ਇਸ ਦੀ ਵਰਤੋਂ ਨੂੰ ਡਾਕਟਰੀ ਸਲਾਹ ਦੇ ਅਨੁਸਾਰ ਵੀ ਵਰਤੋਂ ਵਿੱਚ ਲਿਆਇਆ ਜਾਂਦਾ ਹੈ। ਪਰ ਜਦੋਂ ਵੀ ਕੋਈ ਵਿਅਕਤੀ ਦਵਾਈਆਂ ਦੀ ਵਰਤੋਂ ਡਾਕਟਰੀ ਸਲਾਹ ਤੋਂ ਬਿਨਾਂ ਅਤੇ ਜ਼ਰੂਰਤ ਦੇ ਜ਼ਿਆਦਾ ਕਰਨ ਲੱਗ ਪੈਂਦਾ ਹੈ ਤਾਂ ਉਹ ਸਰੀਰਕ ਅਤੇ ਮਾਨਸਿਕ ਰੂਪ ਵਿੱਚ ਇਹਨਾਂ 'ਤੇ ਨਿਰਭਰ ਹੋਣ ਲੱਗ ਪੈਂਦਾ ਹੈ, ਤਾਂ ਇਹ ਦਵਾਈਆਂ ਉਸ ਦੇ ਲਈ ਡਰੱਗਸ ਬਣ ਜਾਂਦੀਆਂ ਹਨ ਅਤੇ ਵਿਅਕਤੀ ਇਹਨਾਂ ਨੂੰ ਲੈਣ ਦਾ ਆਦੀ ਹੋ ਜਾਂਦਾ ਹੈ। ਨਸ਼ਾ ਡਰੱਗ ਇੱਕ ਅਜਿਹਾ ਰਸਾਇਣਿਕ ਜਾਂ ਕੁਦਰਤੀ ਪਦਾਰਥ ਜਿਹੜਾ ਕਿ ਮਨੁੱਖ ਦੀ ਚੇਤਨਾ ਅਤੇ ਸੋਚਣ ਸ਼ਕਤੀ ਅਤੇ ਭਾਵਨਾਵਾਂ ਨੂੰ ਪ੍ਰਭਾਵਿਤ ਕਰਦਾ ਹੈ। ਇਹ ਮਨੁੱਖ ਦੇ ਵਿਵਹਾਰ ਵਿੱਚ ਤਬਦੀਲੀ ਲਿਆਉਂਦਾ ਹੈ। ਇਸ ਨੂੰ ਹੀ ਨਸ਼ਾ ਕਹਿੰਦੇ ਹਨ। ਮੈਡੀਕਲ ਸਾਇੰਸ ਦੀ ਭਾਸ਼ਾ ਵਿੱਚ ਜਦੋਂ ਕੋਈ ਡਾਕਟਰ ਕਿਸੇ ਮਰੀਜ਼ ਨੂੰ ਕੋਈ ਖਾਸ ਦਵਾਈ ਦੇਣ ਦੀ ਸਲਾਹ ਦਿੰਦੇ ਹਨ ਤਾਂ ਉਹਨਾਂ ਦਾ ਉਦੇਸ਼ ਹੁੰਦਾ ਹੈ ਕਿ ਉਹ ਬਿਮਾਰੀ ਤੋਂ ਛੁਟਕਾਰਾ ਦੇਣ। ਪਰ ਜੇਕਰ ਕੋਈ ਵਿਅਕਤੀ ਇਹਨਾਂ ਦਵਾਈਆਂ ਦੀ ਜ਼ਿਆਦਾ ਵਰਤੋਂ ਕਰਨ ਲੱਗ ਪੈਂਦਾ ਹੈ ਤਾਂ ਇਹ ਡਰੱਗਸ ਦਾ ਰੂਪ ਧਾਰਨ ਕਰ ਲੈਂਦੇ ਹਨ। ਇਹ ਨਸ਼ੇ ਮਨੁੱਖ ਦੀ ਸਰੀਰਕ ਅਤੇ ਮਾਨਸਿਕ ਪ੍ਰਕਿਰਿਆ ਨੂੰ ਬਦਲ ਦਿੰਦੇ ਹਨ। ਇਸੇ ਤਰ੍ਹਾਂ ਕੌਫੀ, ਸ਼ਰਾਬ, ਤੰਬਾਕੂ ਅਤੇ ਚਾਹ ਨੂੰ ਵੀ ਮੈਡੀਕਲ ਸਾਇੰਸ ਦੀ ਭਾਸ਼ਾ ਵਿੱਚ ਨਸ਼ਿਆਂ ਦੀ ਸ਼੍ਰੇਣੀ ਵਿੱਚ ਹੀ ਰੱਖਿਆ ਜਾਂਦਾ ਹੈ। ਨਸ਼ੇ ਨੂੰ ਪਰਿਭਾਸ਼ਿਤ ਕਰਦੇ ਹੋਏ ਅਮਰੀਕਾ ਦੇ ਫੂਡ ਅਤੇ ਡਰੱਗ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਦਵਾਈਆਂ ਦੀ ਵਰਤੋਂ ਬਿਮਾਰੀ ਤੋਂ ਬਚਣ ਅਤੇ ਬਿਮਾਰੀ ਲੱਭਣ ਦੇ ਲਈ ਕੀਤੀ ਜਾਂਦੀ ਹੈ। ਜਦੋਂ ਇਹ ਦਵਾਈਆਂ ਸਰੀਰ ਦੇ ਕਿਸੇ ਬਣਤਰ ਜਾਂ ਕੰਮਾਂ ਨੂੰ ਪ੍ਰਭਾਵਿਤ ਕਰਦੀਆਂ ਹਨ ਤਾਂ ਇਸ ਨੂੰ ਨਸ਼ਾ ਕਿਹਾ ਜਾਂਦਾ ਹੈ। ਭਾਰਤ ਵਿੱਚ ਵੀ ਇਸ ਨੂੰ ਪਰਿਭਾਸ਼ਿਤ ਕਰਦੇ ਹੋਏ ਡਰੱਗ ਅਤੇ ਕਾਸਮੈਟਿਕ ਐਕਟ ਦਾ ਕਹਿਣਾ ਹੈ ਖਾਲੀ ਜਿਲੇਟਿਨ, ਕੈਪਸੂਲ ਆਦਿ ਪਦਾਰਥ ਨਸ਼ਿਆਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਉਹ ਪਦਾਰਥ ਜਿਹੜੇ ਮਨੁੱਖੀ ਸਰੀਰ ਦੇ ਕੰਮਾਂ ਨੂੰ ਪ੍ਰਭਾਵਿਤ ਕਰਨ ਲਈ ਜਾਂ ਮਨੁੱਖ ਦੇ ਪਸ਼ੂਆਂ ਵਿੱਚ ਬਿਮਾਰੀ ਪੈਦਾ ਕਰਨ ਲਈ ਜਾਂ ਮਨੁੱਖ ਅਤੇ ਪਸ਼ੂਆਂ ਵਿੱਚ ਬਿਮਾਰੀਆਂ ਪੈਦਾ ਕਰਨ ਵਾਲੇ ਜੀਵਾਣੂਆਂ ਜਾਂ ਵਿਸ਼ਾਣੂਆਂ ਨੂੰ ਖਤਮ ਕਰਦੇ ਹਨ, ਨਸ਼ੀਲੇ ਪਦਾਰਥ ਹੁੰਦੇ ਹਨ। ਅਜਿਹੇ ਪਦਾਰਥ ਜਿਹੜੇ ਮਨੁੱਖ ਅਤੇ ਜੰਤੂਆਂ ਦੇ ਸਰੀਰ ਵਿੱਚ ਪੈਦਾ ਹੋਣ ਵਾਲੀ ਬਿਮਾਰੀ ਜਾਂ ਉਹਨਾਂ ਦੀ ਰੋਕਥਾਮ ਲਈ ਅੰਦਰੂਨੀ ਜਾਂ ਬਾਹਰੀ ਰੂਪ ਵਿੱਚ ਵਰਤੇ ਜਾਂਦੇ ਹਨ ਅਤੇ ਜਿਹੜੇ ਨਸ਼ੇ ਸਰਕਾਰ ਦੇ ਅਨੁਸਾਰ ਨਸ਼ੀਲੇ ਪਦਾਰਥਾਂ ਵਿੱਚ ਸ਼ਾਮਿਲ ਕੀਤੇ ਗਏ ਹਨ। ਇਹ ਉਹ ਨਸ਼ੀਲੇ ਪਦਾਰਥ ਹਨ ਜਿਹੜੇ ਮਨੁੱਖੀ ਸਰੀਰ ਅਤੇ ਪਸ਼ੂਆਂ ਉੱਤੇ ਮੱਛਰ ਜਾਂ ਕੀੜਿਆਂ ਤੋਂ ਬਚਾਅ ਲਈ ਵਰਤੇ ਜਾਂਦੇ ਹਨ। ਡਰੱਗ ਅਬਿਊਜ਼, ਨਸ਼ਾਖੋਰੀ। ਨਸ਼ਾਖੋਰੀ ਇੱਕ ਅੰਤਰਰਾਸ਼ਟਰੀ ਸਮੱਸਿਆ ਹੈ ਜਿਹੜੀ ਕਿ ਦੇਸ਼ ਦੀਆਂ ਸਰਹੱਦਾਂ ਨੂੰ ਪਾਰ ਕਰਕੇ ਦੁਨੀਆ ਵਿੱਚ ਫੈਲ ਚੁੱਕੀ ਹੈ। 21ਵੀਂ ਸਦੀ ਵਿੱਚ ਇਹ ਸਮੱਸਿਆ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ ਅਤੇ ਨਸ਼ਾਖੋਰੀ ਇਸ ਸਮੱਸਿਆ ਦੇ ਕਾਰਨ ਹੀ ਦੁਨੀਆ ਵਿੱਚ ਹੋਰ ਵੀ ਕਈ ਸਮੱਸਿਆਵਾਂ ਨੇ ਜਨਮ ਲੈ ਲਿਆ ਹੈ। ਦੁਨੀਆ ਵਿੱਚ ਫੈਲੀ ਹਿੰਸਾ, ਅੱਤਵਾਦ ਜਾਂ ਧਰਮ ਜਾਤੀ ਦੇ ਆਧਾਰ 'ਤੇ ਹੋ ਰਹੇ ਦੰਗੇ ਜਾਂ ਕਿਸੇ ਨਾ ਕਿਸੇ ਰੂਪ ਵਿੱਚ ਨਸ਼ਾ ਕਾਰੋਬਾਰ ਨਾਲ ਜੁੜੇ ਹਨ। ਓਸ਼ੀਕੋਵਾ ਅਤੇ ਅਲੀ ਦੇ ਅਨੁਸਾਰ ਨਸ਼ੀਲੇ ਪਦਾਰਥਾਂ ਦੀ ਗੈਰ ਡਾਕਟਰੀ ਵਰਤੋਂ ਨੂੰ ਨਸ਼ਾਖੋਰੀ ਕਿਹਾ ਜਾਂਦਾ ਹੈ ਅਤੇ ਇਸ ਨਾਲ ਮਨੋਕਿਰਿਆਸ਼ੀਲਤਾ ਪ੍ਰਭਾਵਿਤ ਹੁੰਦੀ ਹੈ ਅਤੇ ਸਰੀਰ ਦੀ ਅਵਸਥਾ ਦੇ ਵਿੱਚ ਪਰਿਵਰਤਨ ਆਉਂਦਾ ਹੈ। ਇਸ ਨੂੰ ਮਰੀਜ਼ ਨਾਲ ਲੈਣ ਬਿਨਾਂ ਡਾਕਟਰੀ ਜਾਣਕਾਰੀ ਦੇ ਲਿਆ ਜਾਂਦਾ ਹੈ, ਜੋ ਕਿ ਬਹੁਤ ਨੁਕਸਾਨਦਾਇਕ ਹੈ। ਨਸ਼ਾਖੋਰੀ ਨੂੰ ਇਸ ਕਰਕੇ ਵੀ ਸਮਾਜ ਦੇ ਵਿੱਚ ਬੁਰਾ ਮੰਨਿਆ ਜਾਂਦਾ ਹੈ ਕਿਉਂਕਿ ਜਦੋਂ ਵਿਅਕਤੀ ਇਸ ਨੂੰ ਜ਼ਿਆਦਾ ਮਾਤਰਾ ਦੇ ਵਿੱਚ ਲੈ ਲੈਂਦਾ ਹੈ ਤਾਂ ਉਹ ਨਸ਼ੇ ਦਾ ਆਦੀ ਹੋ ਜਾਂਦਾ ਹੈ ਅਤੇ ਆਪ ਸਰੀਰਕ ਅਤੇ ਮਾਨਸਿਕ ਰੂਪ ਵਿੱਚ ਉਸ 'ਤੇ ਨਿਰਭਰ ਹੋ ਜਾਂਦਾ ਹੈ। UNO ਏਜੰਸੀ, ਵਿਸ਼ਵ ਸਿਹਤ ਸੰਸਥਾ WHO, ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਕਹਿਣਾ ਹੈ ਕਿ ਨਸ਼ਾਖੋਰੀ ਤੋਂ ਭਾਵ ਨਸ਼ਾ ਕਰਨ ਵਾਲੇ ਕਈ ਵਾਰ ਕਿਸੇ ਕੁਦਰਤੀ ਜਾਂ ਸੰਸ਼ਲਿਸ਼ਟ ਪਦਾਰਥ ਦੁਆਰਾ ਬਣਾਏ ਗਏ ਪਦਾਰਥ ਦਾ ਸੇਵਨ ਕਰਕੇ ਇੱਕ ਨਿਸ਼ਚਿਤ ਸਮੇਂ ਦੇ ਹਾਲਾਤ ਜਦੋਂ ਪੈਦਾ ਹੋ ਜਾਣ ਜੋ ਕਿ ਵਿਅਕਤੀ ਅਤੇ ਸਮਾਜ ਦੇ ਲਈ ਨੁਕਸਾਨਦਾਇਕ ਹੋਣ। ਨਸ਼ਾਖੋਰੀ ਵਿੱਚ
ਵਰਤੋਂ ਵਿੱਚ ਲਿਆਏ ਜਾਂਦੇ ਨਸ਼ੀਲੇ ਪਦਾਰਥਾਂ ਵਿੱਚ ਗਾਂਜਾ, ਪੋਸਟ, ਅਫੀਮ, ਸ਼ਰਾਬ, ਹੈਰੋਇਨ ਵਾਲੀ ਦਵਾਈ, ਸਿਗਰਟ, ਤੰਬਾਕੂ, ਪੋਸਟ, ਮੋਰਫੀਨ ਦਾ ਟੀਕਾ ਲਗਾਉਣਾ ਆਦਿ ਸ਼ਾਮਿਲ ਹਨ। Now we are going to discuss about beginning of drug abuse. ਨਸ਼ਾਖੋਰੀ ਦੀ ਸ਼ੁਰੂਆਤ। ਆਧੁਨਿਕ ਸਮੇਂ ਵਿੱਚ ਵਿਅਕਤੀ ਦੇ ਕਈ ਤਰ੍ਹਾਂ ਦੇ ਦਬਾਅ ਹੁੰਦੇ ਹਨ ਅਤੇ ਇਹਨਾਂ ਦਬਾਅ ਤੋਂ ਮੁਕਤੀ ਦੇ ਲਈ ਵਿਅਕਤੀ ਦੇ ਦੁਆਰਾ ਨਸ਼ੇ ਕਰਨ ਦੀ ਆਦਤ ਦੀ ਸ਼ੁਰੂਆਤ ਹੋ ਜਾਂਦੀ ਹੈ, ਕਿਉਂਕਿ ਨਸ਼ੀਲੇ ਪਦਾਰਥਾਂ ਦੀ ਵਰਤੋਂ ਤੋਂ ਬਾਅਦ ਨਸ਼ਾ ਕਰਨ ਵਾਲਾ ਵਿਅਕਤੀ ਪਰਮ ਸੁੱਖ ਦੀ ਪ੍ਰਾਪਤੀ ਮਹਿਸੂਸ ਕਰਨ ਲੱਗ ਪੈਂਦਾ ਹੈ। ਆਮ ਤੌਰ 'ਤੇ ਇਹ ਦੇਖਿਆ ਗਿਆ ਹੈ ਕਿ ਨਸ਼ਾਖੋਰੀ ਦੀ ਸ਼ੁਰੂਆਤ ਕਿਸ਼ੋਰ ਅਵਸਥਾ ਵਿੱਚ ਹੋਣ ਲੱਗ ਪੈਂਦੀ ਹੈ, ਕਿਉਂਕਿ ਇਹ ਅਵਸਥਾ ਅਜਿਹੀ ਅਵਸਥਾ ਹੁੰਦੀ ਹੈ ਜੋ ਕਿਸ਼ੋਰਾਂ ਨੂੰ ਚੰਗੇ ਮਾੜੇ ਵਿੱਚ ਕੋਈ ਭੇਦ ਨਹੀਂ ਹੁੰਦਾ ਅਤੇ ਕਿਸ਼ੋਰ ਜਲਦੀ ਹੀ ਆਪਣੇ ਰਸਤੇ ਤੋਂ ਦਿਸ਼ਾਹੀਣ ਹੋ ਜਾਂਦੇ ਹਨ ਅਤੇ ਗਲਤ ਰਸਤੇ 'ਤੇ ਤੁਰ ਪੈਂਦੇ ਹਨ। ਆਮ ਤੌਰ 'ਤੇ ਇਹ ਦੇਖਿਆ ਗਿਆ ਹੈ ਕਿ ਕਿਸ਼ੋਰ ਅਵਸਥਾ ਵਿੱਚ ਪਹੁੰਚ ਕੇ ਬੱਚਿਆਂ ਦੇ ਦੁਆਰਾ ਆਪਣੇ ਦੋਸਤਾਂ ਦੀ ਸੰਗਤ ਵਿੱਚ ਰਹਿ ਕੇ ਨਸ਼ਾਖੋਰੀ ਦੀ ਸ਼ੁਰੂਆਤ ਹੋਣ ਲੱਗ ਪੈਂਦੀ ਹੈ ਅਤੇ ਕਿਸ਼ੋਰ ਸ਼ੁਰੂ ਵਿੱਚ ਸ਼ੌਕੀਆ ਤੌਰ 'ਤੇ ਨਸ਼ਾ ਕਰਨ ਲੱਗ ਪੈਂਦੇ ਹਨ ਅਤੇ ਹੌਲੀ ਹੌਲੀ ਉਹ ਇਸ ਨਸ਼ੇ 'ਤੇ ਨਿਰਭਰ ਹੋਣ ਲੱਗ ਪੈਂਦੇ ਹਨ। ਅਤੇ ਕਈ ਵਾਰ ਇਹ ਵੀ ਦੇਖਣ ਵਿੱਚ ਆਇਆ ਹੈ ਕਿ ਇੱਕ ਨਸ਼ਾਖੋਰ ਇੱਕ ਨਸ਼ੇ ਤੋਂ ਬਾਅਦ ਦੂਜਾ ਨਸ਼ਾ ਕਰਨ ਲੱਗ ਪੈਂਦੇ ਹਨ ਅਤੇ ਕਈ ਵਾਰ ਉਹ ਨਸ਼ਾ ਕਰਦੇ ਸਮੇਂ ਪਹਿਲਾਂ ਨਸ਼ੇ ਦੇ ਨਾਲ ਨਾਲ ਦੂਜਾ ਨਸ਼ਾ ਵੀ ਕਰਨ ਲੱਗ ਪੈਂਦੇ ਹਨ। ਪਰ ਜਦੋਂ ਦੋਵੇਂ ਨਸ਼ਿਆਂ ਦੀ ਵਰਤੋਂ ਨਸ਼ਾਖੋਰਾਂ ਦੇ ਦੁਆਰਾ ਕੀਤੀ ਜਾਂਦੀ ਹੈ ਤਾਂ ਕਈ ਵਾਰ ਇਹ ਜ਼ਹਿਰ ਦਾ ਰੂਪ ਧਾਰਨ ਕਰ ਲੈਂਦੀਆਂ ਹਨ। ਇਸ ਨਾਲ ਸਿਹਤ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਕਈ ਵਾਰ ਨਸ਼ੇ ਦਾ ਸੇਵਨ ਕਰਨ ਵਾਲੇ ਵਿਅਕਤੀ ਦੀ ਵੀ ਮੌਤ ਹੋ ਜਾਂਦੀ ਹੈ। ਨਸ਼ਾਖੋਰੀ ਦੀ ਸ਼ੁਰੂਆਤ ਦੇ ਨਾਲ ਸਾਰੇ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਸੱਭਿਆਚਾਰਕ ਕਾਰਕ ਜ਼ਿੰਮੇਵਾਰ ਹੁੰਦੇ ਹਨ। ਨਸ਼ਾਖੋਰੀ ਦੀ ਸ਼ੁਰੂਆਤ ਵਿੱਚ ਮਾਤਾ ਪਿਤਾ ਦੇ ਦੁਆਰਾ ਬੱਚਿਆਂ ਦੀ ਉਪੇਖਿਆ, ਕਦਰਾਂ ਕੀਮਤਾਂ ਵਿੱਚ ਗਿਰਾਵਟ, ਸੰਯੁਕਤ ਪਰਿਵਾਰ ਪ੍ਰਣਾਲੀ ਦਾ ਟੁੱਟਣਾ ਵੀ ਮੁੱਖ ਕਾਰਨ ਹੈ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਨਸ਼ਾਖੋਰੀ ਦੀ ਸ਼ੁਰੂਆਤ ਇੱਕ ਕਾਰਨ ਜ਼ਿੰਮੇਵਾਰ ਨਹੀਂ ਹੁੰਦਾ, ਸਗੋਂ ਇਸ ਦੀ ਸ਼ੁਰੂਆਤ ਹੋਣ ਵਿੱਚ ਬਹੁਤ ਸਾਰੇ ਕਾਰਨ ਹੁੰਦੇ ਹਨ। Now we are going to discuss about types of drugs of different types. ਵੱਖ-ਵੱਖ ਆਧਾਰ 'ਤੇ ਨਸ਼ਿਆਂ ਦੀਆਂ ਕਿਸਮਾਂ। Types of drug on social basis. ਸਮਾਜਿਕ ਆਧਾਰ 'ਤੇ ਨਸ਼ਿਆਂ ਦੀਆਂ ਕਿਸਮਾਂ। ਕਾਨੂੰਨੀ ਨਸ਼ੇ, ਗੈਰ ਕਾਨੂੰਨੀ ਨਸ਼ੇ। ਲੀਗਲ ਡਰੱਗਸ, ਇਲੀਗਲ ਡਰੱਗਸ। ਕਾਨੂੰਨੀ ਨਸ਼ੇ ਉਹ ਨਸ਼ੇ ਹੁੰਦੇ ਹਨ ਜਿਨ੍ਹਾਂ ਦੀ ਵਰਤੋਂ ਕਰਨ ਲਈ ਡਾਕਟਰੀ ਸਹਾਇਤਾ ਦੀ ਲੋੜ ਨਹੀਂ ਹੁੰਦੀ। ਇਹ ਕਾਨੂੰਨੀ ਰੂਪ ਵਿੱਚ ਕੋਈ ਵੀ ਵਿਅਕਤੀ ਕਿਸੇ ਵੀ ਥਾਂ ਤੋਂ ਖਰੀਦ ਸਕਦਾ ਹੈ। ਇਹਨਾਂ ਨਸ਼ਿਆਂ ਨੂੰ OTC ਮੀਨਸ ਓਵਰ ਦਾ ਕਾਊਂਟਰ ਵੀ ਕਿਹਾ ਜਾਂਦਾ ਹੈ। ਕਾਨੂੰਨੀ ਨਸ਼ਿਆਂ ਵਿੱਚ ਆਕਸੀਡੋਨ, ਜ਼ੈਲਪਡੋਨ, ਮੈਥਾਡੋਨ ਵੀ ਇਸ ਸ਼੍ਰੇਣੀ ਵਿੱਚ ਹੀ ਆਉਂਦੇ ਹਨ। Now we are going to discuss about illegal drugs. ਹੈਰੋਇਨ, ਕੋਕੇਨ ਅਤੇ ਮੈਰੀਜੁਆਨਾ ਅਜਿਹੇ ਨਸ਼ੇ ਹਨ ਜਿਹੜੇ ਗੈਰ ਕਾਨੂੰਨੀ ਨਸ਼ਿਆਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਇਹਨਾਂ ਨੂੰ ਗੈਰ ਕਾਨੂੰਨੀ ਨਸ਼ੇ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਕੋਈ ਵੀ ਵਿਅਕਤੀ, ਕੋਈ ਵੀ ਡਾਕਟਰ ਇਹਨਾਂ ਨਸ਼ਿਆਂ ਨੂੰ ਬਿਨਾਂ ਲਾਇਸੈਂਸ ਦੇ ਪ੍ਰਾਪਤ ਨਹੀਂ ਕਰ ਸਕਦਾ। Now we are going to discuss about types of drugs on the basis of effect. ਪ੍ਰਭਾਵ ਦੇ ਆਧਾਰ 'ਤੇ ਨਸ਼ਿਆਂ ਦੀਆਂ ਕਿਸਮਾਂ। ਮਨੋਕਿਰਿਆਸ਼ੀਲ ਨਸ਼ੀਲੇ ਪਦਾਰਥ, ਗੈਰ ਮਨੋਕਿਰਿਆਸ਼ੀਲ ਨਸ਼ੀਲੇ ਪਦਾਰਥ। ਸਾਈਕੋਟ੍ਰੋਪਿਕ ਡਰੱਗਸ ਐਂਡ ਨਾਨ ਸਾਈਕੋਟ੍ਰੋਪਿਕ ਡਰੱਗਸ। ਸਾਈਕੋਟ੍ਰੋਪਿਕ ਡਰੱਗਸ ਉਹ ਨਸ਼ੇ ਹੁੰਦੇ ਹਨ ਜਿਹੜੇ ਵਿਸ਼ੇਸ਼ ਤੌਰ 'ਤੇ ਵਿਅਕਤੀ ਦੇ ਵਿਵਹਾਰ ਅਤੇ ਸੋਚ ਨੂੰ ਬਦਲਦੇ ਹਨ। ਇਹ ਉਹ ਰਸਾਇਣਿਕ ਪਦਾਰਥ ਹੁੰਦੇ ਹਨ ਜਿਹੜੇ ਮਨੁੱਖ ਦੀ ਮਾਨਸਿਕ ਸਥਿਤੀ ਨੂੰ ਪ੍ਰਭਾਵਿਤ ਕਰਦੇ ਹਨ। ਕਈ ਵਾਰ ਇਹ ਦੇਖਣ ਦੇ ਵਿੱਚ ਆਇਆ ਹੈ ਕਿ ਨੌਜਵਾਨ ਵਰਗ ਇਹਨਾਂ ਨਸ਼ਿਆਂ ਦੀ ਵਰਤੋਂ ਸ਼ੌਂਕੀਆ ਤੌਰ 'ਤੇ ਕਰਨ ਲੱਗ ਪੈਂਦਾ ਹੈ, ਪਰ ਬਾਅਦ ਵਿੱਚ ਇਸ ਦਾ ਆਦੀ ਹੋ ਜਾਂਦਾ ਹੈ। ਇਹਨਾਂ ਨਸ਼ਿਆਂ 'ਤੇ ਉਹ ਹੌਲੀ ਹੌਲੀ ਨਿਰਭਰ ਹੋਣ ਲੱਗ ਪੈਂਦਾ ਹੈ। ਕਈ ਵਾਰ ਡਾਕਟਰਾਂ ਦੁਆਰਾ ਇਹਨਾਂ ਨਸ਼ੀਲੇ ਪਦਾਰਥਾਂ ਨੂੰ ਦਵਾਈ ਦੇ ਰੂਪ ਵਿੱਚ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ, ਪਰ ਇਹਨਾਂ ਦੀ ਦੁਰਵਰਤੋਂ ਡਰੱਗਸ ਦਾ ਰੂਪ ਧਾਰਨ ਕਰ ਲੈਂਦੀ ਹੈ। ਤੰਬਾਕੂ ਅਤੇ ਸ਼ਰਾਬ ਮਨੋਕਿਰਿਆਸ਼ੀਲ ਨਸ਼ਿਆਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਇਹ ਕਾਨੂੰਨੀ ਮਨੋਕਿਰਿਆਸ਼ੀਲ ਨਸ਼ੇ ਹਨ। ਕੋਕੇਨ, ਕੈਫੀਨ ਗੈਰ ਕਾਨੂੰਨੀ ਮਨੋਕਿਰਿਆਸ਼ੀਲ ਨਸ਼ੇ ਹਨ। Now we are going to discuss about non-psychotropic drugs.
ਗੈਰ ਮਨੋਕਿਰਿਆਸ਼ੀਲ ਨਸ਼ੀਲੇ ਪਦਾਰਥ ਉਹ ਰਸਾਇਣਿਕ ਪਦਾਰਥ ਹੁੰਦੇ ਹਨ ਜਿਹੜੇ ਕਿ ਨਾ ਤਾਂ ਦਿਮਾਗ 'ਤੇ ਅਸਰ ਪਾਉਂਦੇ ਹਨ ਅਤੇ ਨਾ ਦਿਮਾਗੀ ਕਿਰਿਆ ਵਿੱਚ ਕੋਈ ਤਬਦੀਲੀ ਲੈ ਕੇ ਆਉਂਦੇ ਹਨ। ਇਹ ਆਮ ਤੌਰ 'ਤੇ ਦਿਲ, ਸਾਹ ਪ੍ਰਣਾਲੀ ਅਤੇ ਆਂਦਰਾਂ 'ਤੇ ਪ੍ਰਭਾਵ ਪਾਉਂਦੇ ਹਨ। ਇਹਨਾਂ ਵਿੱਚ ਐਂਟੀ ਫੰਗਲ, ਐਂਟੀਬੈਕਟੀਰੀਅਲ, ਐਂਟੀਵਾਇਰਲ ਆਦਿ ਪ੍ਰਮੁੱਖ ਹਨ। ਇਹਨਾਂ ਦੀ ਵਰਤੋਂ ਡਾਕਟਰੀ ਸਲਾਹ ਦੇ ਅਨੁਸਾਰ ਹੀ ਕਰਨੀ ਚਾਹੀਦੀ ਹੈ, ਪਰ ਜਦੋਂ ਵੀ ਇਹਨਾਂ ਦੀ ਵਰਤੋਂ ਜ਼ਰੂਰਤ ਤੋਂ ਜ਼ਿਆਦਾ ਕੀਤੀ ਜਾਵੇ ਤਾਂ ਇਹ ਨਸ਼ੇ ਦਾ ਰੂਪ ਧਾਰਨ ਕਰ ਲੈਂਦੇ ਹਨ। Now we are going to discuss about types of drugs on the basis of use। ਵਰਤੋਂ ਦੇ ਆਧਾਰ 'ਤੇ ਨਸ਼ਿਆਂ ਦੀਆਂ ਕਿਸਮਾਂ। uppers and downers। ਕ੍ਰਾਂਤੀਜਨਕ ਨਸ਼ੇ, ਭੁਲੇਖਾ ਪਾਉਣ ਵਾਲੇ ਨਸ਼ੇ। uppers ਇਹ ਉਹ ਨਸ਼ੇ ਹੁੰਦੇ ਹਨ ਜਿਨ੍ਹਾਂ ਦੇ ਸੇਵਨ ਨਾਲ ਵਿਅਕਤੀ ਵਿੱਚ ਬਹੁਤ ਆਤਮ ਵਿਸ਼ਵਾਸ ਪੈਦਾ ਹੁੰਦਾ ਹੈ ਅਤੇ ਇਹ ਵਿਅਕਤੀ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਊਰਜਾ ਮਹਿਸੂਸ ਕਰਨ ਲੱਗ ਪੈਂਦਾ ਹੈ। ਇਹ ਆਮ ਤੌਰ 'ਤੇ ਨਸ਼ੀਲੀਆਂ ਦਵਾਈਆਂ ਵਿੱਚ ਪਾਏ ਜਾਂਦੇ ਹਨ। ਅੱਪਰਜ਼ ਨਸ਼ਿਆਂ ਵਿੱਚ ਸਪੀਡ, ਕੋਕੀਨ, ਐਕਟੇਸੀ ਆਦਿ ਪ੍ਰਮੁੱਖ ਨਸ਼ੇ ਹਨ। ਡਾਊਨਰਜ਼ ਨਸ਼ੇ ਉਹ ਹੁੰਦੇ ਹਨ ਜਿਹੜੇ ਆਮ ਤੌਰ 'ਤੇ ਨਸ਼ੀਲੀਆਂ ਦਵਾਈਆਂ ਵਿੱਚ ਪਾਏ ਜਾਂਦੇ ਹਨ। ਇਹ ਸ਼ਰਾਬ, ਹੈਰੋਇਨ, ਹਸ਼ੀਸ਼ ਵਿੱਚ ਪਾਏ ਜਾਂਦੇ ਹਨ। ਇਹਨਾਂ ਦੇ ਸੇਵਨ ਕਰਨ ਨਾਲ ਵਿਅਕਤੀ ਨੂੰ ਬਹੁਤ ਜ਼ਿਆਦਾ ਨੀਂਦ ਆਉਂਦੀ ਹੈ ਅਤੇ ਵਿਅਕਤੀ ਨੂੰ ਆਪਣੇ ਆਪ ਨੂੰ ਤਣਾਅ ਮੁਕਤ ਸਮਝਣ ਲੱਗ ਪੈਂਦਾ ਹੈ। ਕ੍ਰਾਂਤੀਜਨਕ ਜਾਂ ਭੁਲੇਖਾ ਪਾਉਣ ਵਾਲੇ ਨਸ਼ੇ ਇਹ ਉਹ ਨਸ਼ੇ ਹੁੰਦੇ ਹਨ ਜਿਨ੍ਹਾਂ ਦੇ ਸੇਵਨ ਕਰਨ ਦੇ ਨਾਲ ਕਈ ਵਾਰੀ ਵਿਅਕਤੀ ਨੂੰ ਮੁਖੀ ਹੋਣ ਦਾ ਅਹਿਸਾਸ ਹੋਣ ਲੱਗ ਪੈਂਦਾ ਹੈ। ਕਈ ਵਾਰ ਵਿਅਕਤੀ ਨੂੰ ਡਰ ਮਹਿਸੂਸ ਹੋਣ ਲੱਗ ਪੈਂਦਾ ਹੈ। ਕਈ ਵਾਰ ਨਸ਼ਾ ਕਰਨ ਵਾਲਾ ਵਿਅਕਤੀ ਸੁੱਤਾ ਹੀ ਰਹਿੰਦਾ ਹੈ। ਇਸ ਕਰਕੇ ਨਸ਼ਿਆਂ ਨੂੰ ਕ੍ਰਾਂਤੀਜਨਕ ਨਸ਼ੇ ਕਿਹਾ ਜਾਂਦਾ ਹੈ ਕਿਉਂਕਿ ਇਹ ਵਿਅਕਤੀ ਦੇ ਵਿੱਚ ਭੁਲੇਖਾ ਪਾਉਂਦੇ ਹਨ। ਮੈਸਕਲਾਈਨ ਅਤੇ ਲਾਈਸਰਜਿਕਸ ਐਸਿਡ ਡਾਈਇਥਾਈਲ ਅਮਾਈਡ ਡਰੱਗ ਕ੍ਰਾਂਤੀਜਨਕ ਨਸ਼ਿਆਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਕਨਕਲੂਜਨ ਸਿੱਟਾ। ਨਸ਼ਾਖੋਰੀ ਦੀ ਅਵਧਾਰਨਾ ਅਤੇ ਸਮੀਖਿਆ ਕਰਨ ਤੋਂ ਬਾਅਦ ਅਸੀਂ ਇਹ ਸਿੱਟੇ 'ਤੇ ਪਹੁੰਚਦੇ ਹਾਂ ਕਿ ਨਸ਼ਾ ਚਾਹੇ ਕੋਈ ਵੀ ਹੋਵੇ, ਨਸ਼ੀਲਾ, ਕਾਨੂੰਨੀ, ਗੈਰ ਕਾਨੂੰਨੀ, ਗੈਰ ਮਨੋਕਿਰਿਆਸ਼ੀਲ, ਅੱਪਰ, ਡਾਊਨਰ, ਕ੍ਰਾਂਤੀਜਨਕ ਨਸ਼ਾ, ਇਹ ਸਾਰੇ ਹੀ ਨਸ਼ੇ ਵਿਅਕਤੀ ਦੇ ਸਰੀਰਕ, ਮਾਨਸਿਕ ਤੌਰ 'ਤੇ ਬਹੁਤ ਬੁਰਾ ਪ੍ਰਭਾਵ ਪਾਉਂਦੇ ਹਨ ਅਤੇ ਸਮਾਜ ਵਿੱਚ ਇਹਨਾਂ ਦੀ ਸੇਵਨ ਜੇ ਅਸੀਂ ਕਰਦੇ ਹਾਂ ਤਾਂ ਵਿਅਕਤੀ ਨੂੰ ਇਹ ਨੀਵਾਂ ਕਰ ਦਿੰਦੇ ਹਨ ਅਤੇ ਵਿਅਕਤੀਗਤ ਆਰਥਿਕ ਦਬਾਅ ਵਿੱਚ ਆ ਜਾਂਦਾ ਹੈ। So friends, with this we had done our first chapter of section A। So नीचे अब आप लोग देख सकते हो कि हमने जो ऊपर पढ़ा है उसके questions की form देख सकते हो। What is drug? What do you mean by drug abuse? Write the beginning of drug abuse. Write the type of drug abuse on a social basis, then on the basis of use, then write the types of drug abuse on the basis of effect। फ्रेंड्स आप स्क्रीनशॉट ले सकते हैं, स्क्रीनशॉट लेकर पढ़ सकते हैं। नेक्स्ट आप लोग देख सकते हैं लॉन्ग टाइप क्वेश्चंस, स्क्रीनशॉट ले सकते हैं आप लोग। दैन ਐਸੇ ਟਾਈਪ ਕੁਐਸਚਨਸ, ਨਸ਼ਾ ਕੀ ਹੈ, ਇਸ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ ਅਤੇ ਸਮਾਜਿਕ ਆਧਾਰ 'ਤੇ ਨਸ਼ਿਆਂ ਦੀਆਂ ਵੱਖ-ਵੱਖ ਕਿਸਮਾਂ, ਵਰਤੋਂ ਦੇ ਆਧਾਰ 'ਤੇ ਨਸ਼ਿਆਂ ਦੀਆਂ ਵੱਖ-ਵੱਖ ਕਿਸਮਾਂ, ਭਾਰਤ ਵਿੱਚ ਡਰੱਗ ਅਤੇ ਕਾਸਮੈਟਿਕ ਦੇ ਅਨੁਸਾਰ ਕਿਹੜੇ-ਕਿਹੜੇ ਨਸ਼ੇ ਹਨ, ਨਸ਼ਾਖੋਰੀ ਦੇ ਵਿਸਤਾਰਪੂਰਵਕ ਲੇਖ ਲਿਖੋ, ਨਸ਼ਾਖੋਰੀ ਕੀ ਹੈ, ਇਸ ਦੀ ਸ਼ੁਰੂਆਤ, ਕਿਸਮਾਂ ਦਾ ਵਰਣਨ ਕਰੋ, ਕਿ ਇਹ ਇੱਕ ਅੰਤਰਰਾਸ਼ਟਰੀ ਸਮੱਸਿਆ ਹੈ। So friends, with this we had done our first chapter of section A, meaning of drug abuse, and then tomorrow we are gonna to start our next chapter of section A, extent of drug abuse in India and Punjab। So friends, ध्यान से हमारी वीडियो को सुनिएगा और अगर आपको वीडियो अच्छी लगी हो तो लाइक, शेयर, सब्सक्राइब करना बिल्कुल ना भूलें। थैंक यू।